ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਰਾਣਾ ਰਉ ਨਾ ਕੋ ਰਹੈ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦੈ ਧੀਰ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਸਰਫੈ ਸਰਫੈ ਸਦਾ ਸਦਾ ਏਵੈ ਗਈ ਬਿਹਾਏ ਨਾਨਕ ਕਿਸਨੂੰ ਆਖੀਐ ਬਿਨਾ ਪੁੱਛਿਆ ਹੀ ਲੈ ਜਾਏ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਸਰ ਵਿਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਲਵਾਓ ਜੀ ਹਾਜ਼ਰੀਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਫਰਮਾਨ ਹਨ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਮਰਨ ਲਖਾਏ ਮੰਡਲ ਮੈਂ ਆਏ ਦ੍ਰਿਸ਼ਟਮਾਨ ਹੈ ਸਗਲ ਮਿਥੇਨਾ। ਹੋਰ ਬੇਅੰਤ ਪ੍ਰਮਾਣ ਹਨ
ਜੋ ਵੀ ਜੀਵ ਸੰਸਾਰ ਦੇ ਵਿੱਚ ਜਨਮ ਲੈ ਕੇ ਆਇਆ ਹੈ, ਜਿਹਦੀ ਪੈਦਾਇਸ਼ ਹੈ, ਜਿਸ ਚੀਜ਼ ਦੀ ਉਤਪੱਤੀ ਹੈ, ਉਹਦੀ ਉਮਰ ਹੈ। ਅੱਖਾਂ ਨਾਲ ਦੇਖਣ ਵਾਲੀ ਹਰ ਇੱਕ ਚੀਜ਼, ਹਰ ਇੱਕ ਸ਼ੈ, ਜਦੋਂ ਸਮਾਂ ਆ ਗਿਆ, ਟਾਈਮ ਆ ਗਿਆ, ਉਹਨੇ ਚੱਲ ਜਾਣਾ। ਅੱਖਾਂ ਨਾਲ ਦੇਖਣ ਵਾਲੀ ਹਰ ਇੱਕ ਸ਼ੈ, ਧਰਤੀ, ਸੂਰਜ, ਚੰਦ, ਤਾਰੇ, ਹਰ ਇੱਕ ਸ਼ੈ ਦੁਨੀਆ ਦੀ ਕਾਲ ਦੇ ਵੱਸ ਹੈ, ਕਾਲ ਦੇ ਅਧੀਨ ਹੈ। ਹਰ ਇੱਕ ਦੀ ਉਮਰ ਹੈ। ਪਹਾੜਾਂ ਦੀ ਵੀ ਜੂਨੀ ਆ, ਇਹਨਾਂ ਨੇ ਵੀ ਤਹਿਸ ਨਹਿਸ ਹੋ ਜਾਣਾ ਇੱਕ ਦਿਨ। ਸੋ ਆਪਣੀ ਵੀ ਉਮਰ ਹੈ। ਗਿਣਤੀ ਦੇ ਸਵਾਸ ਪਰਮੇਸ਼ਰ ਦੇ ਕੋਲੋਂ ਮਿਲੇ ਨੇ, ਤੇ ਜਿਸ ਦਿਨ ਇਹਨਾਂ ਦੀ ਗਿਣਤੀ ਪੂਰੀ ਹੋ ਗਈ, ਤੁਰ ਜਾਣਾ। ਸੋ ਪਿਛਲੇ ਦਿਨੀ ਸਤਿਕਾਰਯੋਗ ਮਾਤਾ ਹਰਬੰਸ ਕੌਰ ਜੀ ਸੰਸਾਰ ਦੇ ਵਿੱਚੋਂ ਚਲੇ ਗਏ ਨੇ, ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ। ਸੋ ਆਓ ਗੁਰਸਿੱਖ ਪਿਆਰਿਓ, ਉਹਨਾਂ ਦੀ ਯਾਦ ਵਿੱਚ ਆਪਾਂ ਜੁੜ ਰਹੇ ਹਾਂ। ਉਹਨਾਂ ਦੇ ਜੀਵਨ ਦੇ ਸਫ਼ਰ ਦੀ ਅੰਤਮ ਅਰਦਾਸ ਹੈ। ਉਹਨਾਂ ਦੇ ਨਿਮਿਰਤ ਬਾਣੀ ਦੇ ਜਾਪ ਹੋਏ, ਭੋਗ ਪਾਏ ਗਏ। ਉਪਰੰਤ ਹੁਣ ਕੁਝ ਸਮਾਂ ਗੁਰਬਾਣੀ ਦੀ ਕਥਾ ਵਿਚਾਰ ਹੋਣੀ ਹੈ। ਪਿੱਛੋਂ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੈ ਪ੍ਰਾਣ ਜੀਓ। ਜਾਣ ਦੇ ਬਾਅਦ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਜਾਣ ਦੇ ਬਾਅਦ ਬੰਦੇ ਦੇ ਕੀਰਤਨ ਵਿਚਾਰਾ, ਕਥਾ ਵਿਚਾਰਾਂ ਹੋਣੀਆਂ ਜ਼ਰੂਰੀ ਨੇ। ਚਲੋ ਰੋਣਾ ਸਭ ਨੂੰ ਆਉਂਦਾ ਹੈ। ਬਾਣੀ ਕਹਿੰਦੀ ਹੈ, ਉਹਨੂੰ ਰੋ ਜਿਹੜਾ ਆਪਣੇ ਜੀਵਨ ਦੀ ਬਾਜੀ ਹਾਰ ਗਿਆ, ਉਹਨੂੰ ਰੋਣਾ। ਰੋਵੋ ਸਖਤ ਵਾਪਰੇ ਜੋ ਹਾਟੇ ਹਾਟ ਬਕਾਏ। ਜਿਹੜਾ ਆਪਣੇ ਜੀਵਨ ਨੂੰ ਕੌਡੀਆਂ ਦੇ ਭਾਅ ਵੇਚ ਕੇ ਤੁਰ ਗਿਆ। ਪਰ ਗੁਰਮੁਖਾਂ ਨੂੰ ਕਦੇ ਨਾ ਰੋ। ਤੁਮ ਉਸਕੋ ਰੋਵੋ ਤੁਮਕੋ ਕੌਣ ਰੋਈ। ਠੀਕ ਹੈ, ਸਭ ਨੇ ਰੋਣਾ, ਰੋ ਰਹੇ ਨੇ। ਮੇਰੇ ਮਰੇ ਤੇ ਵੀ ਰੋਣਾ, ਮੈਂ ਕਿਸੇ ਦੇ ਮਰੇ ਤੇ ਰੋਣਾ। ਰੀਤ ਹੈ, ਅੱਜ ਮੈਂ ਕਿਸੇ ਦੇ ਮਰੇ ਤੇ ਰੋਣਾ, ਕੱਲ ਨੂੰ ਮੇਰੇ ਮਰੇ ਤੇ ਰੋਣਗੇ। ਬਾਰੀ ਆ। ਐਸਾ ਜੀਵਨ ਜਿਉਈਏ, ਐਸੇ ਕਰਮ ਕਰੀਏ ਕਿ ਰੋਣਾ ਨਾ ਪਵੇ। ਸੋ ਮਾਤਾ ਹਰਬੰਸ ਕੌਰ ਜੀ, ਉਹਨਾਂ ਦੇ ਨਿਮਿਰਤ ਜੁੜ ਰਹੇ ਹਾਂ। ਆਓ ਗੁਰਮੁਖੋ, ਜਿੰਨਾ ਕੁ ਸਮਾਂ ਮਹਾਰਾਜ ਚੇ ਪਾਤਸ਼ਾਹ ਬਖਸ਼ਦੇ ਨੇ, ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੀਏ ਭਾਈ। ਜਿੰਨੀ ਵੀ ਸੰਗਤ, ਕਿਰਪਾ ਕਰਕੇ ਹੱਥ ਬੰਨ੍ਹ ਕੇ ਬੇਨਤੀ ਹੈ, ਬਾਹਰ ਵੀਰ ਭਰਾ ਮਾਤਾਵਾਂ ਬਾਹਰ ਬੈਠੇ ਨੇ, ਕਿਰਪਾ ਕਰਕੇ ਮਹਾਰਾਜ ਦੇ ਚਰਨਾਂ 'ਚ ਆ ਕੇ ਸਜਣ ਦੀ ਕਿਰਪਾਲਤਾ ਕਰੋ। ਇੱਥੇ ਸਜੋ, ਬਹੁਤ ਵੱਡਾ ਕਾਰਨ ਹੈ ਸੰਗਤ ਕਰਨ ਦਾ। ਗੁਰੂ ਐਸੀ ਮਿਹਰ ਕਿਰਪਾ ਕਰਦਾ ਪ੍ਰੇਮੀਓ। ਦੇਖੋ, ਜਿਹਦੇ ਘਰ ਵਿੱਚ ਕਿਸੇ ਦਾ ਜਨਮ ਹੈ, ਜਨਮੇ ਆਪਾਂ ਸਭ, ਮਰਨ ਵੀ ਹੋਏਗਾ। ਕਈ ਵਾਰ
ਬੰਦਾ ਸੰਸਾਰ ਚੋਂ ਜੀਵਨ ਦੇ ਵਿੱਚ ਸਾਰੇ ਮਨੋਰਥ ਪੂਰੇ ਨਹੀਂ ਕਰਕੇ ਜਾਂਦਾ। ਕਮੀਆਂ ਰਹਿ ਜਾਂਦੀਆਂ ਨੇ, ਮਨ ਦੀਆਂ ਇੱਛਾਵਾਂ ਰਹਿ ਜਾਂਦੀਆਂ ਨੇ। ਚਲਾ ਜਾਂਦਾ ਬੰਦਾ, ਦੁੱਖ ਆਉਣਗੇ। ਸੰਸਾਰ 'ਚ ਰਹਿ ਰਹੇ ਹਾਂ, ਪਰਿਵਾਰਾਂ 'ਚ ਆਪਾਂ। ਆ ਗੁਰੂ ਦੀ ਸੰਗਤ ਜਿਹੜੀ ਹੈ ਪ੍ਰੇਮੀਓ, ਇਹਦੇ ਨਾਲ ਘਰਾਂ 'ਚ, ਸਾਡੇ ਦਰਾਂ 'ਚ, ਸਾਡੇ ਅੰਦਰ, ਸਾਡੇ ਕਰਮਾਂ 'ਚ ਸ਼ਾਂਤੀ ਆਉਣੀ ਆ, ਟਿਕਾ ਆਉਣਾ ਜੇ ਗੁਰੂ ਦੀ ਬਾਣੀ ਸੁਣਾਂਗੇ। ਕੋਟ ਪੁੰਨ ਸੁਣ ਹਰਿ ਕੀ ਬਾਣੀ, ਕਰੋੜਾਂ ਪੁੰਨ ਮਿਲਦੇ ਨੇ ਹਰੀ ਦੀ ਬਾਣੀ ਸੁਣਨ ਨਾਲ। ਸੋ ਜੋ ਵੀ ਵੀਰ ਭਰਾ ਬਾਹਰ ਨੇ, ਕਿਰਪਾ ਕਰਕੇ ਆ ਕੇ ਸਜੋ ਭਾਈ। ਟਾਈਮ ਜਾਂ ਪਾਸ ਨਹੀਂ ਕਰਨਾ ਵੀ ਚਲੋ ਆਏ ਆ, ਅਰਦਾਸ ਹੋ ਜਾਣੀ, ਭੱਜ ਜਾਣਾ ਆਪੋ ਆਪਣੇ ਘਰਾਂ ਨੂੰ। ਉਹ ਤਾਂ ਠੀਕ ਹੈ, ਜਾਣੀ ਹੈ। ਕੁਛ ਤਾਂ ਬੰਦਾ ਲਾਹਾ ਖੱਟੇ, ਬਹਾਨਾ ਜੋ ਮਰਜ਼ੀ ਮਿਲਿਆ ਸੰਗਤ ਕਰਨ ਦਾ, ਇਹਨੂੰ ਅਜਾਈ ਨਾ ਗਵਾਈਏ। ਤੇ ਉੱਥੇ ਨਾਲ ਦੀ ਨਾਲ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਕੋਟ ਅਪਰਾਧ ਮਿਟੇ ਹਰ ਸੇਵਾ। ਸਾਡੇ ਪਾਪ, ਕਰੋੜਾਂ ਅਪਰਾਧ ਮਿਟ ਜਾਣਗੇ ਜੇ ਗੁਰੂ ਦੇ ਬਚਨ ਕਮਾ ਲਏ, ਸ਼ਬਦ ਕਮਾ ਲਏ। ਆ ਕੇ ਸਜ ਲਓ, ਚੰਗੇ ਰਵਾਂਗੇ। ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਤੁਰਨਾ ਸਭ ਨੇ ਆ। ਕਈ ਵਾਰ ਮਹਾਰਾਜ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਦੇ ਨੇ, ਦੁੱਖਾਂ ਦਾ ਆਉਣ ਵਾਲਾ ਜਿਹੜਾ ਸਮਾਂ ਨਾ ਜੀ, ਜੀਵ ਦਾ, ਮਨੁੱਖ ਦਾ ਕਟਵਾ ਦਿੰਦੇ ਨੇ ਸੁਪਨਿਆਂ ਦੇ ਵਿੱਚ ਹੀ। ਸੂਲੀ ਤੋਂ ਸੂਲ ਬਣਾਉਂਦੇ ਨੇ ਮਹਾਰਾਜ। ਅਸੀਂ ਦੁੱਖ ਕਿਉਂ ਪਾਉਂਦੇ ਆ? ਦੁਖੀ ਕਿਉਂ ਹੁੰਦੇ ਆ? ਹੈ ਤਾਂ ਕਰਮਾਂ ਦੇ ਸੌਦੇ। ਸੁਣਿਓ ਧਿਆਨ ਨਾਲ, ਪ੍ਰੇਮ ਨਾਲ। ਦੁਖੀ ਬੰਦਾ ਕਿਉਂ ਹੁੰਦਾ ਹੈ? ਕਿਉਂਕਿ ਬੰਦਾ ਪਰਮੇਸ਼ਰ ਵੱਲੋਂ ਆਕੀ ਹੋ ਜਾਂਦਾ, ਰੱਬ ਵੱਲ ਧਿਆਨ ਨਹੀਂ ਰੱਖਦਾ, ਇਤਨਾ ਕੁ ਮਗਰੂਰ ਹੋ ਜਾਂਦਾ ਹੈ। ਆ ਦੇਹ ਵਿਮਾਨ ਦੇ ਵਿੱਚ, ਦੇਹ ਅਧਿਆਸ ਦੇ ਵਿੱਚ ਮੇਰ ਤੇਰੀ ਇਤਨੀ ਕੁ ਵੱਧ ਜਾਂਦੀ ਹੈ, ਬੰਦਾ ਦੇਖਦਾ ਨਹੀਂ। ਕੀ ਕਰਦਾ? ਅੰਨਾ ਹੋ ਜਾਂਦਾ ਬੰਦਾ, ਅੰਨਾ ਹੋ ਜਾਂਦਾ ਹੈ। ਅਪਰਾਧ ਮਿਟਦੇ ਨੇ ਜਦੋਂ ਬੰਦਾ ਗੁਰੂ ਦੇ ਬਚਨ ਕਮਾਉਂਦਾ ਹੈ, ਗੁਰੂ ਦੀ ਬਾਣੀ ਤੇ ਅਮਲ ਕਰਦਾ ਹੈ। ਜਦੋਂ ਕਰਾਹੇ ਪੈਂਦਾ, ਸੁਣੇ ਹੀ ਨਹੀਂ ਕਦੇ ਧਿਆਨ ਨਾਲ ਭਾਈ, ਫਿਰ ਤਾਂ ਵਿਘਨ ਆਉਣਗੇ। ਹੈ ਕਰਮਾਂ ਦੇ ਸੌਦੇ ਨੇ। ਕੋਸ਼ਿਸ਼ ਕਰੀਏ ਕਿ ਕਰਮ ਚੰਗੇ ਹੋਣ, ਅੱਗੇ ਕਰਮਾਂ ਦਾ ਹਿਸਾਬ ਕਿਤਾਬ ਹੋਏਗਾ। ਜਿਹਦੇ ਚਰਨਾਂ 'ਚ ਅਸੀਂ ਰੋਜ਼ ਮੱਥੇ ਟੇਕਨੇ ਆ, ਬੇਨਤੀਆਂ ਕਰਦੇ ਆ, ਉਹ ਕਹਿੰਦਾ ਕੀ ਹੈ? ਰੋਜ਼ ਪੜ੍ਹਦੇ ਸੁਣਦੇ ਆ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ, ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਬਾਣੀ ਕਿਸੇ ਹੋਰ ਨੂੰ ਨਹੀਂ ਕਹਿੰਦੀ, ਸਾਨੂੰ ਕਹਿੰਦੀ ਆ। ਕੋਈ ਇੱਥੇ ਬੈਠੇ ਆ, ਘਰਾਂ 'ਚ ਹੈ, ਬਾਹਰ ਬੈਠੇ ਸੁਣ ਰਹੇ ਨੇ, ਜਾਂ ਗੱਲਾਂ 'ਚ ਮਗਰੂਰ ਨੇ, ਨਹੀਂ ਸੁਣਦੇ ਮਰਜ਼ੀ ਅਗਲੇ ਦੀ। ਸਭ ਨੂੰ ਸਾਂਝਾ ਉਪਦੇਸ਼ ਹੈ। ਆ ਕਥਾ ਕੀਰਤਨ ਕਰਨਾ, ਸੁਣਨਾ, ਸੁਣਾਉਣਾ, ਇਹ ਬਾਹਰ ਦੀਆਂ ਗੱਲਾਂ ਨੇ। ਅਮਲ ਕਰਨਾ ਕੁਛ ਹੋਰ ਗੱਲ ਹੈ। ਅਮਲ ਕਰਨਾ ਆਪਾਂ। ਦੁਖੀ ਕਿਉਂ ਹੁੰਨੇ ਆ? ਵਿਚਾਰ ਹੈ। ਹਾਂ ਤਾਂ ਆਪਾਂ ਰਾਜੇ, ਸੁਣਿਓ ਧਿਆਨ ਨਾਲ ਬੇਨਤੀ, ਹਾਂ ਤਾਂ ਆਪਾਂ ਰਾਜੇ, ਪਰ ਅਸੀਂ ਮੰਗਤੇ ਬਣੇ ਹੋਏ ਆ। ਬੰਦਾ ਕੀ ਮੰਗਦਾ? ਪਤੀ ਆਪਾਂ ਨੂੰ ਵੀ ਕੀ ਕੁਛ ਮੰਗਨੇ ਆਪਾਂ। ਦੁਖੀ ਕਿਉਂ ਹੁੰਦਾ ਜੀ ਬੰਦਾ? ਸਤਿਗੁਰੂ ਕਹਿੰਦੇ ਆ ਜੀ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਰਾਜਾ ਹੁੰਦੇ ਹੋਏ ਸੁਪਨਾ ਆਇਆ ਉਹਨੂੰ, ਤੇ ਸੁਪਨੇ ਦੇ ਵਿੱਚ ਉਹ ਭਿਖਾਰੀ
ਬਣ ਕੇ ਦਰ ਦਰ ਤੇ ਮੰਗਦਾ ਫਿਰਦਾ, ਹੱਥ 'ਚ ਠੂਠਾ ਫੜ ਲਿਆ, ਦੁਖੀ ਹੁੰਦਾ ਕਿ ਮੈਂ ਰਾਜਾ ਤੇ ਮੈਂ ਮੰਗਦਾ ਫਿਰਦਾ। ਅਸਲ ਦੇ ਵਿੱਚ ਆਇਆ ਹੁੰਦਾ ਉਹਨੂੰ ਸੁਪਨਾ। ਤੇ ਅਛਤ ਰਾਜ ਵਿਚਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਰਾਜ ਹੁੰਦੇ ਹੋਏ ਉਹ ਦੁਖੀ ਹੋਇਆ, ਉਹ ਗਤ ਸਾਡੀ ਹੈ। ਹਾਂ ਤਾਂ ਆਪਾਂ ਰਾਜੇ ਅਵਿਦਿਆ ਦੀ ਨੀਂਦ ਦੇ ਵਿੱਚ, ਅਗਿਆਨਤਾ ਦੀ ਨੀਂਦ ਦੇ ਵਿੱਚ ਬੰਦਾ ਸੁੱਤਾ ਹੈ, ਸਾਰੀ ਸੁੱਤੇ ਆ। ਉੱਥੇ ਬੰਦਾ ਜਦੋਂ ਸੌਂਦਾ ਹੈ ਤੇ ਗੁਰਮੁਖੋ ਫਿਰ ਆਪਾਂ ਨੂੰ ਸੁਪਨੇ ਦੇ ਵਿੱਚ ਪਤਾ ਹੈ ਵੀ ਕੀ ਕੁਛ ਹੋ ਜਾਂਦਾ। ਸੁਪਨੇ 'ਚ ਕੋਈ ਮਰ ਜਾਂਦਾ, ਕਿਸੇ ਦਾ ਵਿਆਹ ਹੋ ਜਾਂਦਾ, ਕਿਸੇ ਦਾ ਕੁਛ ਹੋ ਜਾਂਦਾ, ਕੋਈ ਹਾਦਸਾ ਵਾਪਰ ਜਾਂਦਾ, ਸੁਪਨੇ 'ਚ ਹੁੰਦਾ ਸੁਪਨਾ। ਇਸੇ ਤਰ੍ਹਾਂ ਆ ਜੀਵਨ ਆ। ਸੁੱਤਾ ਹੈ ਬੰਦਾ ਅਵਿਦਿਆ ਦੀ ਨੀਂਦ 'ਚ, ਰਾਜਾ ਹੁੰਦੇ ਹੋਏ ਉਹ ਦੁਖੀ ਹੋਇਆ, ਉਹ ਗਤ ਸਾਡੀ ਆ, ਉਹ ਹਾਲਤ ਸਾਡੀ ਹੋਈ ਹੋਈ ਹੈ। ਹਾਂ ਤਾਂ ਅਸੀਂ ਰਾਜੇ ਆ ਜਨਮ ਦੇ, ਪਰ ਅਵਿਦਿਆ ਦੀ ਨੀਂਦ ਵਿੱਚ ਸੌਂ ਗਏ ਤੇ ਬੰਦਾ ਦੁਖੀ ਹੁੰਦਾ ਹੈ, ਵੇਖਦਾ ਨਹੀਂ ਸੰਸਾਰ, ਦੁਨੀਆ, ਆ ਪਰਿਵਾਰ, ਬੱਚੇ, ਮਾਤਾ ਪਿਤਾ ਕੌਣ ਨੇ, ਕੀ ਹੈ। ਤਾਂ ਹੀ ਬੰਦਾ ਫਿਰ ਇੱਕ ਦੂਜੇ ਨੂੰ ਮਾਰਨ ਮਰਾਉਣ ਤੋਂ ਟਲਦਾ ਨਹੀਂ, ਹਟਦਾ ਨਹੀਂ, ਪਾਪ ਕਰਨ ਨੂੰ ਮਿਟਦਾ ਨਹੀਂ। ਯਤਨ ਕਰੀਏ ਕਿ ਪਾਪਾਂ ਵੱਲ ਨੂੰ ਨਾ ਜਾਈਏ, ਚੰਗਿਆਂ ਕਰਮਾਂ ਵੱਲ ਨੂੰ ਤੁਰੀਏ। ਸੁੱਤੇ ਆ ਵਿਦਿਆ ਦੀ ਨੀਂਦ 'ਚ। ਇੱਕ ਰੱਬ ਦੇ ਪਿਆਰੇ ਬਣੇ, ਉਹ ਰੋਜ਼ ਰੱਬ ਨੂੰ ਚੇਤੇ ਕਰਿਆ ਕਰੇ, ਰੱਬਾ ਮੈਨੂੰ ਦਰਸ਼ਨ ਦੇ, ਰੱਬਾ ਮੈਨੂੰ ਆ ਕੇ ਦਿਦਾਰੇ ਬਖਸ਼। ਰੋਜ਼ ਉਹ ਪ੍ਰਮਾਤਮਾ ਨੂੰ ਚੇਤੇ ਕਰਦਾ, ਰਿਸ਼ਤੇ ਤਿਆਗ ਦਿੱਤੇ, ਬੁਰਾ ਭਲਾ ਵੀ ਕਹਿੰਦਾ ਰਹਿੰਦਾ, ਘਰਦਿਆਂ ਨੂੰ ਕੋਈ ਵੀ ਮਿਲਦਾ ਹੰਕਾਰ ਹੈ। ਅਵਿਦਿਆ ਦੀ ਨੀਂਦ 'ਚ ਉਹ ਸੌਂ ਗਿਆ ਤੇ ਰੋਜ਼ ਖੁਦਾਬੰਦ ਕਰੀਬ ਨੂੰ ਕਿਹਾ ਕਰੇ, ਰੱਬਾ ਐ ਖੁਦਾ, ਐ ਅੱਲਾ ਪਾਕ, ਆ ਕੇ ਮੈਨੂੰ ਦਰਸ਼ਨ ਦੇ। ਕੁਝ ਸਮਾਂ ਲੰਘਿਆ ਜੀ, ਸਮਾਂ ਲੰਘਿਆ, ਉਹਨੂੰ ਖੁਦਾਬੰਦ ਕਰੀਮ ਨੇ ਸੁਪਨੇ ਵਿੱਚ ਆ ਕੇ ਦਰਸ਼ਨ ਦਿੱਤੇ। ਪਰਮਾਤਮਾ ਦੇ ਦਿਦਾਰੇ ਹੋਏ, ਜਿਸ ਵੀ ਰੂਪ 'ਚ ਹੋਏ, ਇੱਕ ਸਮਝਣ ਦਾ ਨੁਕਤਾ ਹੈ। ਉਹਨੂੰ ਦਿਦਾਰੇ ਹੋਏ ਤੇ ਜਦੋਂ ਰੱਬ ਨੂੰ ਉਹ ਮਿਲਿਆ, ਦਰਸ਼ਨ ਹੋਏ ਪਰਮੇਸ਼ਰ ਦੇ ਸੁਪਨੇ ਦੇ ਵਿੱਚ, ਇੱਕਦਮ ਉਹ ਉੱਠਿਆ, ਅੱਖ ਖੁੱਲੀ, ਜਾਗ ਆਈ ਤੇ ਆਖਣ ਲੱਗਾ, ਐ ਪਰਮੇਸ਼ਰ ਤੂੰ ਮੈਨੂੰ ਸੁੱਤੇ ਨੂੰ ਦਰਸ਼ਨ ਦੇ ਗਿਆ, ਤੂੰ ਮੈਨੂੰ ਸੁੱਤੇ ਪਏ ਨੂੰ ਦਰਸ਼ਨ ਦੇ ਗਿਆ, ਤੂੰ ਮੈਨੂੰ ਜਾਗਦੇ ਨੂੰ ਦਰਸ਼ਨ ਦੇਣੇ ਸਾਂ, ਮੈਂ ਤਾਂ ਸੁੱਤਾ ਸਾਂ। ਤੇ ਫਿਰ ਉਹਨੂੰ ਆਵਾਜ਼ ਪਈ, ਕਹਿੰਦੇ ਐ ਅੱਲਾ ਦੇ ਬੰਦੇ, ਉਹ ਭਾਈ ਮੈਂ ਤੈਨੂੰ ਜਾਗਦੇ ਨੂੰ ਦਰਸ਼ਨ ਤਾਂ ਦੇਵਾਂ। ਪਰਮੇਸ਼ਰ ਕਹਿੰਦੇ ਮੈਂ ਜਾਗਦੇ ਨੂੰ ਦਰਸ਼ਨ ਤਾਂ ਦੇਵਾਂ ਜੇ ਤੂੰ ਜਾਗਦਾ ਹੋਵੇਂ। ਧਿਆਨ ਨਾਲ ਸੁਣਿਓ ਬੇਨਤੀ, ਮੈਂ ਜਾਗਦੇ ਨੂੰ ਦਰਸ਼ਨ ਤਾਂ ਦੇਵਾਂ ਜੇ ਤੂੰ ਜਾਗਦਾ ਹੋਵੇਂ, ਤੂੰ ਤਾਂ ਸੁੱਤਾ ਹੈ। ਤੇ ਉਹ ਆਖਣ ਲੱਗਾ, ਕਹਿੰਦਾ ਅੱਲਾ ਪਾਕ, ਮੈਂ ਤਾਂ 24 ਘੰਟਿਆਂ ਦੇ ਵਿੱਚੋਂ 2-3 ਘੰਟੇ ਮਸਾਂ ਸੌਣਾ, 4 ਘੰਟੇ ਮਸਾਂ ਸੌਣਾ, ਮੈਂ ਤਾਂ ਸੌਂਦੇ ਹੀ ਨਹੀਂ। 18-20 ਘੰਟੇ ਮੈਂ ਜਾਗਦਾ ਰਹਿਣਾ, ਮੈਂ ਤਾਂ ਸੌਂਦਾ ਹੀ ਨਹੀਂ। ਉਹ ਕਹਿੰਦੇ ਨਹੀਂ, ਤੂੰ ਜਾਗਦਾ ਨਾ, ਤੂੰ ਸੁੱਤਾ ਹੈ, ਹਲੇ ਵੀ ਸੁੱਤਾ ਹੈ, ਬੇਸ਼ੱਕ ਤੇਰੀਆਂ ਅੱਖਾਂ ਖੁੱਲੀਆਂ ਨੇ। ਕਹਿੰਦੇ ਨਾ ਜੀ, ਮੈਂ ਤਾਂ ਜਾਗਦਾ। ਉਹ ਆਖਣ ਲੱਗੇ, ਭਾਈ ਤੂੰ ਸੁੱਤਾ ਹੈ। ਉਹ ਕਹਿੰਦੇ ਤੁਸੀਂ ਖੁਦਾਬੰਦ ਕਰੀਮ ਹੋ ਕੇ ਝੂਠ ਬੋਲਦੇ ਹੋ, ਮੈਂ ਤਾਂ ਸੌਂਦਾ ਹੀ ਨਹੀਂ ਇੰਨਾ। ਉਹ ਕਹਿੰਦੇ ਸੁਣ ਲੈ ਫਿਰ, ਉਹ ਭਾਈ ਤੂੰ ਹਰ ਟਾਈਮ ਸੌਂਦਾ। ਕਹਿੰਦੇ ਦੱਸੋ ਫਿਰ ਮੈਂ ਕਿਵੇਂ ਸੌਂਦਾ।
ਗੱਲਾਂ ਹੋਈਆਂ, ਆਮਦ ਹੋਈ ਗੱਲਾਂ ਵਿਚਾਰਾਂ ਦੀ। ਇਹ ਹਰ ਇੱਕ ਦੇ ਹਿੱਸੇ ਨਹੀਂ ਗੱਲ ਪੈਂਦੀ। ਹੁਣ ਜਿਹੜਾ ਤੁਰੇ ਹੀ ਨਹੀਂ ਰੱਬ ਦੇ ਰਾਹ ਵੱਲ ਨੂੰ, ਉਹ ਤਾਂ ਕਹੂਗਾ ਕੀ ਹੈ, ਉਹਦੇ ਵਾਸਤੇ ਕੁਛ ਵੀ ਨਹੀਂ। ਤੇ ਜਿਹੜਾ ਰੱਬ ਦੇ ਰਾਹ ਵੱਲ ਨੂੰ ਤੁਰਿਆ ਹੋਇਆ ਪ੍ਰੇਮੀਓ, ਉਹਦੇ ਵਾਸਤੇ ਬਾਣੀ ਸਭ ਕੁਛ ਹੈ। ਤੇ ਇੱਥੇ ਕੌਣ ਬਣਦਾ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਣੀ ਤਾਹੀਂ ਤਉ ਪੌਕੇ ਆ ਕਾੜਾ ਜੀ। ਕੌਣ ਕਹਿੰਦਾ? ਤੁਮ ਕਰੋ ਭਲਾ ਹਮ ਭੁਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਕਿਹੜਾ ਕਹਿੰਦਾ? ਕੋਈ ਨਹੀਂ ਕਹਿੰਦਾ। ਹਰ ਇੱਕ ਬੰਦਾ ਆਪਣੀ ਮੈਂ ਮੇਰੀ ਦੀ ਡਾਂਗ ਚੁੱਕੀ ਫਿਰਦਾ। ਸੋ ਦੇਈਏ ਧਿਆਨ ਗੁਰੂ ਦੀ ਵਿਚਾਰ ਵੱਲ। ਉਹ ਕਹਿੰਦੇ ਭਾਈ ਜੇ ਤੂੰ ਜਾਗਦਾ ਹੋਵੇ ਨਾ ਤਾਂ ਮੈਂ ਤੈਨੂੰ ਮਿਲਾਂ, ਤੂੰ ਤਾਂ ਸੁੱਤਾ ਹੈ। ਕਿਵੇਂ? ਕਹਿੰਦੇ ਬੰਦਿਆ, ਜਿਸ ਮਾਂ ਨੇ, ਜਿਸ ਮਾਤਾ ਨੇ ਤੈਨੂੰ ਜਨਮ ਦਿੱਤਾ ਨਾ, ਜਨਮ ਦਿੱਤਾ, ਜਿਹਨੇ ਤੈਨੂੰ ਜਣਿਆ, ਉਹਦੇ ਵਿੱਚ ਵੀ ਮੈਂ ਸੀ ਜਿਹਨੂੰ ਤੂੰ ਧੱਕੇ ਮਾਰੇ। ਅੱਜ ਜਿਸ ਪਿਓ ਨੇ ਤੈਨੂੰ ਲਾੜ ਲੜਾਇਆ, ਚੁੱਕ ਚੁੱਕ ਖੜਾਇਆ, ਉਹਦੇ ਵਿੱਚ ਵੀ ਮੈਂ ਵਰਤ ਰਿਹਾ ਸੀ। ਤੇਰੇ ਰਿਸ਼ਤੇ ਨਾਤੇ, ਭਾਈ ਭੈਣ, ਦੋਸਤ ਮਿੱਤਰ, ਜਿਨ੍ਹਾਂ ਨੇ ਤੈਨੂੰ ਖੜਾਇਆ, ਉਹਨਾਂ ਦੇ ਵਿੱਚ ਵੀ ਮੈਂ ਵਰਤਦਾ ਸੀਗਾ। ਤੈਨੂੰ ਉਹਨਾਂ ਵਿੱਚ ਮੈਂ ਤਾਂ ਦਿਖਿਆ ਨਹੀਂ। ਉਹਨਾਂ ਨੂੰ ਤੂੰ ਧੱਕੇ ਮਾਰੇ, ਬੁਰਾ ਭਲਾ ਵੀ ਕਿਹਾ, ਫਿਰ ਤੈਨੂੰ ਮੈਂ ਕੀ ਸਮਝਾਂ? ਤੂੰ ਸੁੱਤਾ ਕਿ ਜਾਗਦਾ? ਉਹਨਾਂ ਵਿੱਚ ਤੈਨੂੰ ਮੈਂ ਨਹੀਂ ਦਿਖਿਆ, ਹੁਣ ਮੈਂ ਤੈਨੂੰ ਕਿਵੇਂ ਦੇਖੂੰ? ਕਿਉਂਕਿ ਤੂੰ ਸੁੱਤਾ ਹੈ। ਅਵਿਦਿਆ ਦੀ ਨੀਂਦ ਵਿੱਚ ਬੰਦਾ ਸੌਂ ਜਾਂਦਾ ਹੈ, ਜਾਗਦਾ ਨਹੀਂ। ਜਾਗਣ ਦੀ ਕੋਸ਼ਿਸ਼ ਕਰੀਏ। ਇੱਕ ਕਿਉਂਕਿ ਗੁਣਾ ਗਵਾਈ ਗੰਠੜੀ, ਅਵਗਣ ਚੱਲੀ ਬੰਨ। ਸਹੁਰੇ ਪੀਏ ਨਾ ਰਹਿ, ਉਹ ਕਹਿੰਦੇ ਜਾਣ ਬਰਤੀ ਸਨ। ਬਰਤੀ ਕਹੀਏ ਦਿਨ, ਰਾਤੀ, ਰਾਤੀ ਦਾ ਅਰਥ ਦਿਨ, ਰਾਤ ਦਾ ਵਿਰੋਧੀ ਸ਼ਬਦ ਕੀ ਹੈ ਜੀ? ਦਿਨ। ਰਾਤੀ ਰਾਤ, ਬਰਤੀ ਬਿਰਤੀ ਕਹੀਏ ਦਿਨ, ਰਾਤ ਦਾ ਉਲਟ ਦਿਨ। ਦਿਨ ਦਿਹਾੜੇ ਤੂੰ ਲੁੱਟਿਆ ਜਾਂਦਾ। ਗੁਣਾ ਗਵਾਈ ਗੰਠੜੀ, ਅਵਗਣ ਚੱਲੀ ਬੰਨ। ਗੁਣਾ ਦੀ ਗੰਠੜੀ ਪੰਡ ਸੀ ਜਿਹੜੀ ਤੂੰ ਗਵਾ ਦਿੱਤੀ, ਤੇ ਔਗੁਣਾ ਦੀ ਬੰਨ ਲਈ, ਔਗੁਣਾ ਦੀ ਸਿਰ ਤੇ ਰੱਖ ਲਈ ਪੰਡ। ਹੁਣ ਜਦ ਤੇਰੇ ਕੋਲ ਨਿਰੇ ਔਗਣ ਨੇ, ਅਵਿਦਿਆ ਦੀ ਨੀਂਦ ਵਿੱਚ ਤੂੰ ਸੌਂ ਗਿਆ, ਰੱਬ ਕਿੱਥੇ ਦਿਖੂਗਾ ਜੀ? ਖੁਦਾ ਆਖਣ ਲੱਗੇ ਬੰਦਿਆ, ਤੇਰੀ ਮਾਂ ਚ, ਤੇਰੇ ਪਿਓ ਚ, ਤੇਰੇ ਭਰਾ ਚ, ਭੈਣ ਚ, ਹਰ ਇੱਕ ਦੇ ਵਿੱਚ ਮੈਂ ਵਰਤਦਾ ਸਾਂ। ਉਦੋਂ ਨੇ ਤੈਨੂੰ ਦੇਖਿਆ, ਕਿਉਂ? ਤੂੰ ਸੁੱਤਾ ਹੈ। ਇਸੇ ਤਰ੍ਹਾਂ ਹਾਂ ਅਸੀਂ ਰਾਜੇ ਅਵਿਦਿਆ ਦੀ ਨੀਂਦ ਚ ਸੁੱਤੇ ਆ, ਦੀਂਦਾ ਨਹੀਂ ਕਿ ਹਰ ਇੱਕ ਬੰਦਾ ਰੱਬ ਨੇ ਬਣਾਇਆ, ਹਰ ਇੱਕ ਦੇ ਵਿੱਚ ਪਰਮੇਸ਼ਰ ਵਰਤਦਾ ਹੈ। ਤੇ ਜਿਹਨੂੰ ਇੱਕ ਦੂਜੇ ਵਿੱਚ ਰੱਬ ਨਹੀਂ ਨਾ ਦੀਂਦਾ, ਸਿਰਫ ਮੇਰੇ ਬੱਚੇ ਨੇ ਆਪਣੇ ਵਾਸਤੇ, ਦੂਜੇ ਆਪਾਂ ਨੇ ਕੀ ਲੈਣਾ? ਉੱਥੇ ਬੰਦਾ ਸੁੱਤਾ ਹੈ ਅਵਿਦਿਆ ਦੀ ਨੀਂਦ ਚ, ਉੱਥੇ ਕੁਕਰਮ ਕਰਦਾ ਹੈ। ਜਦੋਂ ਜਾਗ ਗਏ ਨਾ ਜੀ, ਤਾਂ ਅਸੀਂ ਬੰਦੇ ਹਾਂ। ਜੇ ਨਹੀਂ ਜਾਗੇ ਤਾਂ ਇਹ ਨੁਕਤੇ ਨੇ, ਪਕੜਿਓ ਧਿਆਨ ਨਾਲ। ਜੇ ਨਹੀਂ ਜਾਗੇ ਤਾਂ ਸਮਝ ਲਓ ਅਸੀਂ ਪਸ਼ੂ ਹਾਂ, ਰਾਖਸ਼ ਬੁੱਧੀ ਹੈ ਸਾਡੀ। ਅਮੀਰ ਗਰੀਬ ਚਲੋ ਦੁਨੀਆ 'ਚ ਬਣਿਆ ਆ, ਛੋਟਾ ਵੱਡਾ, ਪਰ ਬੰਦੇ ਦੀ ਸੋਚ ਨਿਰਮਲ ਹੋਵੇ, ਨਿਰਮਲ। ਅਸੀਂ ਅਮੀਰੀ ਗਰੀਬ ਨੂੰ ਪਣਾਈ ਫਿਰਦੇ ਆ। ਅਮੀਰ ਕੌਣ ਹੈ, ਗਰੀਬ ਕੌਣ ਹੈ, ਇਹ ਵੀ ਸੁਣ ਲਓ ਮਹਾਰਾਜ ਤੋਂ। ਉਹ ਕਹਿੰਦੇ ਜਿਉ ਨਿਰਧਨ ਸਰਤਨ ਕਹਿ ਜਾਈ, ਅੱਗੇ ਬੈਠਾ ਫੀਟ ਫਰਾਏ। ਜਦੋਂ ਕੋਈ ਨਿਰਧਨ ਬੰਦਾ ਪੈਸੇ ਵਾਲੇ ਦੇ ਕੋਲ ਜਾਂਦਾ ਨਾ, ਰਾਖਸ਼ ਬੁੱਧੀ ਕੀ ਹੈ, ਪਸ਼ੂ ਬਿਰਤੀ ਕੀ ਹੈ, ਸੁਣਿਓ। ਕੰਗਾਲ ਕੌਣ ਹੈ ਅਸਲ ਦੇ ਵਿੱਚ, ਗਰੀਬ ਕੌਣ ਹੈ?
ਉਹ ਕਹਿੰਦੇ ਜਿਉ ਨਿਰਤਨ ਸਰਤਨ ਕਹਿ ਜਾਏ, ਆਗੇ ਬੈਠਾ ਪੀਠ ਫਰਾਏ। ਜਦੋਂ ਕੋਈ ਗਰੀਬ ਬੰਦਾ ਅਮੀਰ ਕੋਲ ਜਾਂਦਾ ਨਾ, ਪੈਸੇ ਵਾਲੇ ਕੋਲ, ਇੱਕ ਦੁਨਿਆਵੀ ਢਾਂਚਾ ਨੁਕਤਾ ਪਕੜਨ ਦਾ, ਸਮਝਣ ਦਾ, ਉਹ ਫਿਰ ਅਮੀਰ ਬੰਦਾ ਜਿਹੜਾ ਹੁੰਦਾ ਹੈ ਗਰੀਬ ਬੰਦੇ ਵੱਲ ਪਿੱਠ ਕਰ ਲੈਂਦਾ, ਦੇਖਦਾ ਨਹੀਂ, ਉਹਨੂੰ ਪਤਾ ਵੀ ਕੁਛ ਮੰਗਣ ਆਇਆ, ਦੇਂਦੇ ਨਹੀਂ ਉਹਨੂੰ, ਗੱਲ ਵੀ ਨਹੀਂ ਸੁਣਦਾ ਧਿਆਨ ਨਾਲ, ਇਗਨੋਰ ਮਾਰਦਾ ਉਹਨੂੰ, ਵੀ ਜਿਵੇਂ ਕੋਈ ਆਈ ਨਹੀਂ ਹੁੰਦਾ। ਉਹ ਵਿਚਾਰਾ ਪਿੱਛੇ ਹੱਥ ਬੰਨ੍ਹ ਕੇ ਚਾਚਾ ਜੀ, ਤਾਇਆ ਜੀ, ਬਾਬਾ ਜੀ ਕਹਿੰਦਾ ਰਹਿੰਦਾ। ਦੇਖਦੇ ਆਪਾਂ, ਬਾਣੀ ਕਹਿੰਦੀ ਹੈ ਅੱਗੇ ਬੈਠਾ ਪੀਠ ਫਰਾਏ, ਪਿੱਠ ਕਰ ਲੈਂਦਾ। ਤੇ ਜਦੋਂ ਕੋਈ ਪੈਸੇ ਵਾਲਾ ਧਨ ਵਾਲਾ ਬੰਦਾ ਗਰੀਬ ਕੋਲ ਜਾਂਦਾ, ਉਦੋਂ ਫਿਰ ਜਿਉਂ ਸਰ ਤਨ ਨਿਰਤਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ। ਜਦੋਂ ਕੋਈ ਪੈਸੇ ਵਾਲਾ ਗਰੀਬ ਦੇ ਕੋਲ ਜਾਂਦਾ, ਕੋਈ ਕੰਮ ਚਲੋ ਹੁੰਦੇ ਹੀ ਨੇ, ਜਾਣਾ ਪੈਂਦਾ, ਉਦੋਂ ਫਿਰ ਗਰੀਬ ਬੰਦੇ ਦੀ ਇਹ ਆਦਤ ਹੁੰਦੀ ਆ, ਉਹ ਸਤਿਕਾਰ ਦੇਊਗਾ, ਬੁਲਾਊਗਾ, ਆਓ ਜੀ ਚਾਚਾ ਜੀ, ਤਾਇਆ ਜੀ, ਬਾਬਾ ਜੀ, ਏਦਾਂ। ਉਹਨੇ ਪਿੱਠ ਨਹੀਂ ਕਰਨੀ। ਪਰ ਮਾਇਆ ਧਾਰੀਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਵਾ ਰੋਲ ਕਚੋਲਾ। ਮਾਇਆ ਵਿੱਚ ਮਗਰੂਰ ਬੰਦਾ ਇਤਨਾ ਕੁ ਮਸਤ ਹੋ ਜਾਂਦਾ ਹੈ, ਉਹਨੂੰ ਦਿਖਣੋਂ ਹਟ ਜਾਂਦਾ ਜੀ, ਦੀਂਦਾ ਨਹੀਂ ਉਹਨੂੰ। ਬਾਣੀ ਕਹਿੰਦੀ ਹੈ ਕਿ ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਜਿਹੜਾ ਧਨ ਦਾ, ਭੂਮ ਦਾ, ਜ਼ਮੀਨ ਜਾਇਦਾਦ ਦਾ ਮਾਣ ਕਰਦਾ ਨਾ, ਮਹਾਰਾਜ ਜੀ ਕਹਿੰਦੇ ਉਹ ਅੰਨਾ ਹੈ, ਮੂਰਖ ਹੈ, ਅਭਿਮਾਨੀ ਹੈ, ਅਗਿਆਨੀ ਹੈ। 3 ਡਿਗਰੀਆਂ ਦੇਤੀਆਂ ਮਹਾਰਾਜ ਨੇ, ਕਰ ਮਾਣ, ਕਰੀ ਜਾ ਮਾਣ। ਗਲਤ ਹੈ ਵੀ ਬਾਣੀ ਤੇ ਅਮਲ ਕਰਨ ਦੀ ਹੈ। ਸੁਰਹੁ ਵਿਚਾਰ ਜਿਉ ਸਰਤਨ ਨਿਰਤਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ। ਉਹਨੇ ਆਦਰ ਦੇ ਕੇ ਬੁਲਾਉਣਾ, ਸਤਿਕਾਰ ਨਾਲ। ਅਸਲ ਦੇ ਵਿੱਚ ਸਰਤਨ, ਧਨ ਵਾਲਾ ਕੌਣ ਹੈ, ਗਰੀਬ ਕੌਣ ਹੈ? ਮਹਾਰਾਜ ਕਹਿੰਦੇ ਨੇ ਸਿਰਤਨ ਨਰਤਨ ਨਿਰਤਨ ਦੋਨੋਂ ਭਾਈ। ਸਰਤਨ ਨਿਰਤਨ ਦੋਨੋਂ ਭਾਈ। ਮਹਾਰਾਜ ਕਹਿੰਦੇ, ਕਬੀਰ ਸਾਹਿਬ ਜੀ ਦੀ ਬਾਣੀ ਹੈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਹੈ ਦੋਨੋਂ ਭਾਈ, ਪਰ ਆਪਸ ਦੇ ਵਿੱਚ ਦੁੱਧਾ ਪੈ ਗਈ, ਪਛਾਣ ਨਹੀਂ। ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਏ। ਤੇ ਕਬੀਰ ਸਾਹਿਬ ਕਹਿੰਦੇ ਜੀ, ਕਹੋ ਕਬੀਰ ਨਿਰਤਨ ਹੈ ਸੋਈ, ਜਾ ਕੈ ਹਿਰਦੈ ਰਾਮ ਨਾ ਹੋਈ। ਸੌ ਲਓ ਅਵਿਦਿਆ ਦੀ ਨੀਂਦ ਚ। ਅਸਲ ਦੇ ਵਿੱਚ ਉਹ ਗਰੀਬ ਹੈ, ਉਹ ਨਿਰਤਨ ਹੈ ਜਿਹਦੇ ਹਿਰਦੇ ਚ ਰੱਬ ਦਾ ਨਾਮ ਨਹੀਂ ਆ। ਅੰਤ ਵੇਲੇ ਉੱਥੇ ਨਾਮ ਦੀ ਕੀਮਤ ਪਏਗੀ। ਰਾਖਸ਼ ਬਿਰਤੀ ਬੰਦਾ ਵਰਤਦਾ, ਫਿਰ ਦੀਂਦਾ ਨਹੀਂ ਇੱਕ ਦੂਜੇ ਨੂੰ, ਇੱਕ ਦੂਜੇ ਵੱਲ ਬੰਦਾ ਵੇਂਦਾ ਨਹੀਂਗਾ। ਸੰਗਤ ਕਰੀਏ, ਜਾਗਣ ਦੀ ਕੋਸ਼ਿਸ਼ ਕਰੀਏ। ਨੇ ਅਸੀਂ ਅਵਿਦਿਆ ਦੀ ਨੀਂਦ ਤੋਂ ਸੁੱਤੇ ਹਾਂ। ਹਰ ਇੱਕ ਦੇ ਵਿੱਚ ਪਰਮੇਸ਼ਰ ਵਰਤਦਾ। ਇਹ ਨਹੀਂ ਕਿ ਮੈਨੂੰ ਹੋਰ ਰੱਬ ਨੇ ਬਣਾਇਆ, ਤੁਹਾਨੂੰ ਕਿਸੇ ਹੋਰ ਨੇ ਰੱਬ ਨੇ ਬਣਾਤਾ। ਐਂ ਤਾਂ ਫਿਰ ਰੱਬ ਬਹੁਤ ਹੋ ਗਏ ਦੁਨੀਆ 'ਚ। ਰੱਬ ਤਾਂ ਇੱਕ ਹੈ, ਸਾਜਣ ਵਾਲਾ ਤਾਂ ਇੱਕ ਹੈ। ਮੰਗਣ ਵਾਲੇ ਜੇਤੜੇ ਦਾਤਾ ਇੱਕੋ ਸੋਏ। ਜਿੰਨੇ ਵੀ ਆਪਾਂ ਨਾ ਸੰਸਾਰ 'ਚ, ਦੁਨੀਆ 'ਚ, ਸਮੁੱਚੀ ਕਾਇਨਾਤ, ਸਾਰੀ ਖਲਕਤ ਜਿੰਨੀ ਵੀ ਆ, ਸਭ ਮੰਗਤੀ ਹੈ। ਜਿੰਨੇ ਵੀ ਆਪਾਂ ਮੰਗਣ ਵਾਲੇ ਆ, ਤੇ ਦੇਣ ਵਾਲਾ ਇੱਕ ਹੈ। ਦਾਤਾ ਇੱਕੋ ਸੋਏ, ਦੇਣ ਵਾਲਾ ਇੱਕ ਪਰਮੇਸ਼ਰ ਹੈ। ਅਸਲ ਦੇ ਵਿੱਚ ਫਿਰ ਸਾਨੂੰ ਰੱਬ ਨੇ, ਪਰਮਾਤਮਾ ਨੇ ਮਨੁੱਖ ਬਣਾਇਆ, ਬੰਦੇ ਬਣਾਇਆ। ਹੁਣ ਬੰਦਾ ਇਹ ਸੋਚੇ, ਮੈਂ ਬੰਦਾ ਬਣ ਗਿਆ ਜਾਂ ਨਾ ਬਣ ਗਿਆ। ਹੁਕਮ ਪਛਾਨੈ ਏਕੋ ਜਾਣੈ, ਬੰਦਾ ਕਹੀਐ ਸੋਈ। ਜਿਹੜਾ ਉਹਦਾ ਹੁਕਮ ਪਛਾਣ ਲੈਂਦਾ ਹੈ, ਰੱਬ ਦੀ ਕਲਾ ਨੂੰ ਸਮਝ ਲੈਂਦਾ ਹੈ, ਔਖਾ ਬਹੁਤ ਹੈ ਸਮਝਣਾ ਉਹਨੂੰ। ਉਹ ਕਹਿੰਦੇ ਉਹ ਬੰਦਾ ਅਸਲ ਦੇ ਵਿੱਚ ਜਿਹੜਾ ਸਭ ਦੇ ਵਿੱਚ ਇੱਕ ਨੂੰ ਵੇਖਦਾ ਹੈ। ਵੇਖੂਗਾ ਉਹ ਜਿਹੜਾ ਜਾਗ ਗਿਆ। ਹੁਣ ਜਿਹੜਾ ਜਾਗਿਆ ਹੀ ਨਹੀਂ, ਗੁਰਮੁਖੋ ਸੁੱਤਾ ਹੈ, ਉਹਨੂੰ ਕੀ ਦੇਖਣਾ ਹੈ? ਇਸ ਤਰ੍ਹਾਂ ਭਾਦਰਵ ਦਾਸ ਜੀ ਕਹਿੰਦੇ ਆ ਜੀ, ਅਛਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਜੈਸੇ ਮਰਮ ਜਨਾਇਆ। ਉਹ ਕਹਿੰਦੇ ਜਿਸ ਤਰ੍ਹਾਂ ਰੱਸੇ ਤੇ ਸੱਪ ਦਾ ਪ੍ਰਸੰਗ ਹੈ ਨਾ, ਹਨੇਰੇ 'ਚ ਰੱਸਾ ਪਿਆ, ਲੱਗਦਾ ਵੀ ਸੱਪ ਹੈ, ਉਹ ਹਾਲਤ ਹੈ।
ਉਹ ਕਹਿੰਦੇ ਭਾਈ ਅਨੇਕ ਕੜਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾ ਪਾਇਆ। ਸਰਵੈ ਏਕ ਅਨੇਕੈ ਸੁਆਮੀ ਸਭ ਕੜ ਭੁਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਜਦੋਂ ਜਾਗ ਗਏ, ਜਾਗੀਏ, ਪਸ਼ੂ ਬਿਰਤੀ ਨਾ ਬਣਾਈਏ, ਰਾਖਸ਼ ਬਿਰਤੀ ਨਾ ਬਣਾ ਕੇ ਤੁਰੀਏ, ਪਰਮੇਸ਼ਰ ਦੇ ਨਾਲ ਜੁੜਨਾ ਕਰੀਏ। ਜਦੋਂ ਸੰਗਤ ਕਰਾਂਗੇ ਇਹ ਗਿਆਨ ਹੋਣਾ ਸ਼ੁਰੂ ਹੋ ਜਾਣਾ। ਪਰਮੇਸ਼ਰ ਦੇ ਨਾਮ ਦੇ ਵਿੱਚ ਬੰਦਾ ਅਭੇਦ ਹੋਣਾ ਸ਼ੁਰੂ ਹੋ ਜਾਏਗਾ। ਔਖਾ ਬੜਾ ਗੁਰਮੁਖਾਂ ਦੀ ਬਿਰਤੀ ਬਣਾਉਣੀ। ਤੇ ਤਾਈ ਮਹਾਰਾਜ ਕਹਿੰਦੇ ਆ ਭਾਈ ਗੁਰ ਉਪਦੇਸ਼ ਸਾਧ ਕੀ ਸੰਗਤ ਭਗਤ ਭਗਤ ਕੋ ਨਾਮ ਭਰਿਓ। ਗੁਰਮੁਖਾਂ ਦੀ ਸੰਗਤ ਕਰੀਏ। ਜਾਣਾ ਹੈ ਸੰਸਾਰ ਚੋਂ। ਅਸਲ ਦੇ ਵਿੱਚ ਸੰਗਤ ਦੁਆਰਾ ਹੀ ਬੰਦੇ ਦਾ ਸੰਸਾਰ ਦੇ ਵਿੱਚੋਂ ਜਾਣਾ ਸਫਲਾ ਹੋਏਗਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਜਦੋਂ ਜਾਗ ਗਏ। ਇਹਨੂੰ ਐਵੇਂ ਅਵਿਦਿਆ ਦੀ ਨੀਂਦ ਵਿੱਚ ਸੌਂ ਕੇ ਜੀਵਨ ਨੂੰ ਵਿਅਰਥ ਨਾ ਗਵਾਈਏ। ਤੇ ਜਦੋਂ ਸੰਗਤ ਕਰਾਂਗੇ ਬੜਾ ਕੁਛ ਮਿਲਣਾ ਹੈ ਜੀ। ਗੁਰੂ ਸਾਹਿਬ ਪਰਮੇਸ਼ਰ ਫਿਰ ਕਿਰਪਾ ਕਰਦਾ, ਆਉਣ ਵਾਲੇ ਵਿਘਨਾਂ ਨੂੰ, ਆਉਣ ਵਾਲੇ ਦੁੱਖਾਂ ਨੂੰ ਟਾਲ ਦਿੰਦਾ, ਨਾਸ ਹੋ ਜਾਂਦੇ ਨੇ। ਜੋ ਵਿਚਾਰ ਆਪਾਂ ਕਰ ਰਹੇ ਹਾਂ ਵੀ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਹੈ। ਹੁਣ ਕਈ ਬਾਹਰ ਬੈਠੇ ਨੇ, ਚਲੋ ਨਹੀਂ ਮਨ ਕਰਦਾ ਉਹਨਾਂ ਦਾ, ਮਰਜ਼ੀ ਉਹਨਾਂ ਦੀ। ਹੁਣ ਜੇ ਸਾਡੇ ਕੀਤੇ ਕਰਮ ਸਾਨੂੰ ਮਿਲ ਰਹੇ ਨੇ, ਠੀਕ ਹੈ, ਪਿੱਛੇ ਜੋ ਕੀਤੇ ਹੁਣ ਮਿਲ ਰਹੇ ਨੇ, ਜੋ ਪਿੱਛੇ ਕੀਤੇ ਚੰਗੇ ਨੇ ਮੰਦੇ ਨੇ ਸਭ ਮਿਲ ਰਹੇ ਨੇ, ਫਿਰ ਤਾਂ ਬੰਦਾ ਉਹ ਤੇ ਛੱਡ ਦੇ ਸਭ ਕੁਛ ਵੀ ਜਿਹੜਾ ਜੀ ਫਿਰ ਤਾਂ ਪੁੱਠੇ ਕੰਮ ਵੀ ਰੱਬ ਕਰਾਉਂਦਾ ਵੀ ਇਹ ਤਾਂ ਲਿਖੀ ਹੋਇਆ ਹੁਣ ਤਾਂ ਕਰਾਂਗੇ। ਇਹ ਤਾਂ ਫਿਰ ਤਾਂ ਬੰਦਾ ਮਰਜ਼ੀ ਮਨ ਦੀ ਮਰਜ਼ੀ ਕਰਦਾ ਫਿਰੂਗਾ। ਜਿਹਨੂੰ ਮਰਜ਼ੀ ਗਾਲ ਕੱਢ ਦਿਓ ਕਿਉਂਕਿ ਲਿਖਿਆ ਹੋਇਆ ਜੀ ਕਰਮਾਂ 'ਚ ਕਰਨੀ ਨੇ। ਇਹ ਤਾਂ ਪਰਮਾਤਮਾ ਗੁਰੂ ਬੰਦੇ ਨੂੰ ਚੰਗੇ ਕੰਮ ਕਰਨ ਦਾ ਵੀ ਟਾਈਮ ਦਿੰਦਾ ਹੈ। ਚੰਗੇ ਕਰਮ ਬਾਣੀ ਕਹਿੰਦੀ ਹੈ ਜੀ ਕਿ ਜਿੰਨੀ ਕੰਮੀ ਨਾਹੇ ਗੁਣ ਤੇ ਕੰਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ। ਕਹਿੰਦੇ ਬੰਦੇ ਆ ਜਿਹੜੇ ਕੰਮਾਂ ਨਾਲ ਕੋਈ ਗੁਣ ਨਹੀਂ ਨਾ ਪੈਦਾ ਹੁੰਦਾ ਉਹ ਛੱਡ ਦੇ। ਉਹ ਛੱਡਣਾ ਕਰ। ਕਿਹੜਾ ਛੱਡੇ? ਗੱਲਾਂ ਬਾਤਾਂ ਕਰਨੀਆਂ, ਬਾਹਰ ਬਹਿ ਕੇ ਚੁਗਲੀਆਂ ਚੱਲਦੀਆਂ ਜਾਂ ਮੋਬਾਇਲਾਂ ਨਾਲ ਪੰਗੇ ਹੋਣਗੇ, ਚੁਭੀ ਜਾਣ ਕਿਸੇ ਨੂੰ। ਗੱਲ ਤਾਂ ਵੀ ਕਲਯੁਗ ਦੀ ਸੋਚ ਵਿਚਾਰਾ ਬਣ ਗਈ, ਮਰਜ਼ੀ ਅਗਲੇ ਦੀ। ਉਹ ਕਹਿੰਦੇ ਉਹ ਕੰਮੜੇ ਵਿਸਾਰ ਦੇ, ਧੰਦੇ ਵਿਸਾਰ ਦੇ, ਜਿਨ੍ਹਾਂ ਨਾਲ ਕੋਈ ਗੁਣ ਨਹੀਂ ਪੈਦਾ ਹੁੰਦਾ। ਉੱਥੇ ਜਾ ਸਾਂਝ ਕਰੀਜੈ ਗੁਣੇ ਕੇਰੀ ਛੋੜ ਅਵਗਣ ਚੱਲੀਏ। ਗੁਣਾਂ ਦੀ ਸਾਂਝ ਕਰ, ਔਗਣ ਛੱਡ ਦੇ। ਇਹ ਵੀ ਔਗਣੇ ਨੇ ਜੀ, ਦੂਜੇ ਨੇ ਚੱਕੀ ਫਰੀ ਜਾਣਾ, ਕਰਮਾਂ ਦੇ ਹਿਸਾਬ ਨੇ। ਤੇ ਮਤ ਸ਼ਰਮਿੰਦਾ ਸੀ ਵੀ ਸਾਈਂ ਦੇ ਦਰਬਾਰ, ਸੰਗਤ ਕਰ। ਨਹੀਂ ਫਿਰ ਸਾਈਂ ਦੇ ਦਰਬਾਰ ਦਰਗਾਹ ਵਿੱਚ ਜਾ ਕੇ ਸ਼ਰਮਿੰਦਾ ਹੋਏਗਾ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਕਹਿ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਆ ਸੰਗਤ ਦੁਆਰਾ ਹੀ ਤਰੇਗਾ, ਨਹੀਂ ਤਰਨਾ। ਸੋ ਸਾਧ ਸੰਗਤ ਜੀ, ਸੰਗਤ ਹੀ ਇੱਕ ਐਸਾ ਸਾਧਨ ਹੈ ਜਿਹੜਾ ਬੰਦੇ ਨੂੰ ਤਾਰ ਦਿੰਦਾ ਹੈ। ਤੇ ਸਤਿਗੁਰ ਕਹਿੰਦੇ